ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਇਹ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪਹਿਲੇ ਅਧਿਆਏ ਦੇ ਉੱਤੇ ਗੌਰ ਕੀਤਾ ਸੀ। ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਬਾਰੇ ਜਾਣ ਪਛਾਣ ਕੀਤੀ ਅਤੇ ਯਹੂਦਾ ਦੀ ਗਿਰਾਵਟ ਨੂੰ ਵੇਖਿਆ ਅਤੇ ਵੇਖਿਆ ਕਿ ਕਿਵੇਂ ਯਹੂਦਾ ਦੇ ਲੋਕ ਬਾਬੁਲ ਦੀ ਗੁਲਾਮੀ ਵਿੱਚ ਚਲੇ ਗਏ। ਉਸ ਤੋਂ ਬਾਅਦ ਅਸੀਂ ਦਾਨੀਏਲ ਨਬੀ ਦੇ ਗੁਣਾਂ ਨੂੰ ਜਾਣਿਆ। ਅਸੀਂ ਉਸ ਦੀ ਸਫਲਤਾ ਦੇ ਰਾਜ ਨੂੰ ਜਾਣਿਆ। ਅਸੀਂ ਜਾਣਿਆ ਕਿ ਉਹ ਪਰਮੇਸ਼ਰ ਦੇ ਉੱਤੇ ਪੱਕਾ ਵਿਸ਼ਵਾਸ ਕਰਦਾ ਸੀ। ਉਹਨੇ ਉਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕੀਤਾ ਸੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਉਹਨੂੰ ਦੱਸਿਆ ਸੀ। ਉਹਨੂੰ ਪਰਮੇਸ਼ਰ ਦੀ ਗੱਲਾਂ ਨਾਲ ਬਾਬੁਲ ਦੀ ਸੁਵਿਧਾਵਾਂ ਨੂੰ ਨਹੀਂ ਮਿਲਾਇਆ। ਉਸਨੇ ਸਮਝੌਤਾ ਨਹੀਂ ਕੀਤਾ। ਅਸੀਂ ਜਾਣਿਆ ਕਿ ਬਾਈਬਲ ਬਾਣੀ ਦੇ ਵਿੱਚ ਬਹੁਤ ਸਾਰੇ ਉਦਾਹਰਣ ਪਾਏ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਮਝੌਤਾ ਕੀਤਾ ਅਤੇ ਉਹਨਾਂ ਨੂੰ ਬਹੁਤ ਵੱਡਾ ਪਰਿਣਾਮ ਭੁਗਤਣਾ ਪਿਆ ਔਰ ਇਹ ਪਰਿਣਾਮ ਬਹੁਤ ਬੁਰਾ ਸੀ। ਦੋਸਤੋ, ਅੱਜ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 2 ਅਧਿਆਏ ਦੀ 1 ਤੋਂ ਲੈ ਕੇ 30 ਆਇਤਾਂ ਤੱਕ ਗੌਰ ਕਰਾਂਗੇ। ਅਸੀਂ ਰਾਜਾ ਨਬੂਕਦਨੇਸਰ ਦੇ ਸੁਪਨੇ ਬਾਰੇ ਗੱਲ ਕਰਾਂਗੇ ਜੋ ਕਿ ਬਹੁਤ ਹੀ ਡਰਾਵਨਾ ਸੀ। ਸਾਡੇ ਇਸ ਅਧਿਐਨ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨਬੂਕਦਨੇਸਰ ਮੰਚ ਉੱਤੇ, ਦਾਨੀਏਲ ਮੰਚ ਉੱਤੇ, ਦਾਨੀਏਲ ਅਤੇ ਨਬੂਕਦਨੇਸਰ ਮੰਚ ਉੱਤੇ। ਦੋਸਤੋ, ਆਓ ਫਿਰ ਛੇਤੀ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰੋਤਾ ਦੋਸਤੋ, ਅੱਜ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਨਬੂਕਦਨੇਸਰ ਮੰਚ ਉੱਤੇ। ਦਾਨੀਏਲ 2 ਅਧਿਆਏ 1 ਵਚਨ ਤੋਂ ਲੈ ਕੇ 13 ਵਚਨ ਤੱਕ। ਭਾਗ ਊੜਾ, ਰਾਜੇ ਦਾ ਸੁਪਨਾ। ਭਾਗ ਐੜਾ, ਰਾਜੇ ਦੀ ਪੱਕੀ ਮੰਸ਼ਾ। ਭਾਗ ਈੜੀ, ਰਾਜੇ ਦੀ ਦੁਬਿਧਾ। ਭਾਗ ਸੱਸਾ, ਰਾਜੇ ਦੀ ਮੰਗ। ਭਾਗ ਹਾਹਾ, ਰਾਜੇ ਦਾ ਫਰਮਾਨ। ਨੰਬਰ 2, ਦਾਨੀਏਲ ਮੰਚ ਉੱਤੇ। ਦਾਨੀਏਲ 2 ਅਧਿਆਏ 14 ਵਚਨ ਤੋਂ ਲੈ ਕੇ 23 ਵਚਨ ਤੱਕ। ਭਾਗ ਊੜਾ, ਦਾਨੀਏਲ ਦੀ ਸਮੱਸਿਆ। ਭਾਗ ਐੜਾ, ਦਾਨੀਏਲ ਦਾ ਆਤਮ ਵਿਸ਼ਵਾਸ। ਭਾਗ ਈੜੀ, ਦਾਨੀਏਲ ਦੀ ਪ੍ਰੇਰਿਤ ਕਰਨ ਦੀ ਸ਼ਕਤੀ। ਭਾਗ ਹਾਹਾ, ਦਾਨੀਏਲ ਦੀ ਪ੍ਰਾਰਥਨਾ। ਭਾਗ ਕੱਕਾ, ਦਾਨੀਏਲ ਦਾ ਪ੍ਰਦਰਸ਼ਨ। ਭਾਗ ਖੱਖਾ, ਦਾਨੀਏਲ ਦੀ ਵਡਿਆਈ। ਨੰਬਰ 3, ਦਾਨੀਏਲ ਅਤੇ ਨਬੂਕਦਨੇਸਰ ਮੰਚ ਉੱਤੇ। ਦਾਨੀਏਲ 2 ਅਧਿਆਏ 24 ਵਚਨ ਤੋਂ ਲੈ ਕੇ 30 ਵਚਨ ਤੱਕ। ਰਾਜਾ ਨਬੂਕਦਨੇਸਰ ਸਮੁੱਚੀ ਬਾਈਬਲ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਪਰਾਈਆਂ ਕੌਮਾਂ ਦਾ ਰਾਜਾ ਹੋਇਆ ਹੈ। ਹੋਰ ਕਿਸੇ ਵੀ ਗੈਰ ਕੌਮਾਂ ਦੇ ਸ਼ਾਸਕ ਨਾਲੋਂ ਉਸ ਦੀ ਵੱਧ ਚਰਚਾ ਕੀਤੀ ਗਈ ਹੈ। ਅਸਲ ਵਿੱਚ ਉਹ ਪਹਿਲਾਂ ਹੀ ਗੈਰ ਕੌਮੀ ਸ਼ਾਸਕ ਹੈ ਜਿਸ ਨੇ ਇਸਰਾਈਲ ਕੌਮ ਉੱਤੇ ਅਤੇ ਇਸ ਦੇ ਦੁਆਰਾ ਆਗੂਆਂ ਨੂੰ ਰੋਕਿਆ ਸੀ। ਫਿਰ ਵੀ ਇਸ ਪੁਸਤਕ ਦੇ 4 ਅਧਿਆਏ ਅਨੁਸਾਰ ਅਤੇ ਇਸ ਦੀ 17ਵੀਂ ਐਤ ਵਿੱਚ ਇਹ ਮਨੁੱਖ ਸਭਨਾਂ ਮਨੁੱਖਾਂ ਨਾਲੋਂ ਸਭ ਤੋਂ ਵੱਧ ਘਟੀਆ ਸੀ। ਅਸੀਂ ਪਹਿਲਾਂ ਹੀ ਇਹ ਸਿੱਖ ਚੁੱਕੇ ਹਾਂ ਕਿ ਉਹ ਇੱਕ ਦੁਸ਼ਟ ਤਾਨਾਸ਼ਾਹ ਰਾਜਾ ਸੀ। ਉਹ ਕਈ ਤਰ੍ਹਾਂ ਨਾਲ ਮਸੀਹ ਵਿਰੋਧੀ ਦੀ ਤਰ੍ਹਾਂ ਹੀ ਹੈ। ਉਸ ਦੀਆਂ ਜ਼ਾਲਮ ਅਤੇ ਸ਼ੈਤਾਨ ਦੇ ਦੁਆਰਾ ਪ੍ਰੇਰਿਤ ਨੀਤੀਆਂ ਦੇ ਕਰਕੇ ਸੀ। ਇਸ ਦਾਨੀਏਲ ਨਬੀ ਦੀ ਪੁਸਤਕ ਵਿੱਚ ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਰੇ ਮਨੁੱਖ ਇਸ ਰਾਜੇ ਦੇ ਸਾਹਮਣੇ ਕੰਬਦੇ ਸਨ। ਆਪ ਇਹ ਪਹਿਲਾ ਅਧਿਆਇ 10 ਵਿੱਚ ਅਤੇ 5 ਅਧਿਆਇ 19 ਵਿੱਚ ਦੁਆਰਾ ਫਿਰ ਪੜ੍ਹਦੇ ਹੋ। ਸਾਰਾ ਜਗਤ ਰਾਜਾ ਨਬੂਕਦਨੇਸਰ ਦੇ ਸਾਹਮਣੇ ਕੰਬਦਾ ਹੁੰਦਾ ਸੀ, ਪਰ ਆਪ ਕਿਸੇ ਵੀ ਮਨੁੱਖ ਦੇ ਸਾਹਮਣੇ ਨਹੀਂ ਸੀ ਕੰਬਦਾ। ਉਹ ਕਿਸੇ ਵੀ ਚੀਜ਼ ਦੇ ਅੱਗੇ ਨਹੀਂ ਸੀ ਕੰਬਿਆ, ਬਿਲਕੁਲ ਨਹੀਂ, ਸਿਵਾਏ ਉਸ ਦੇ ਸੁਪਨਿਆਂ ਦੇ। ਅਤੇ 2 ਅਧਿਆਏ 1 ਵਿੱਚ ਅਸੀਂ ਪੜ੍ਹਦੇ ਹਾਂ ਕਿ ਨਬੂਕਦਨੇਸਰ ਨੇ ਸੁਪਨੇ ਵੇਖੇ ਅਤੇ ਉਸ ਦੀ ਜਾਨ ਘਬਰਾ ਗਈ ਅਤੇ ਉਹਦੀ ਨੀਂਦ ਜਾਂਦੀ ਰਹੀ। ਅਤੇ ਫਿਰ 4 ਅਧਿਆਏ 5 ਵਿੱਚ ਅਸੀਂ ਪੜ੍ਹਦੇ ਹਾਂ ਕਿ ਉਸਨੇ ਇੱਕ ਸੁਪਨਾ ਡਿੱਠਾ ਜਿਸ ਦੇ ਕਾਰਨ ਉਹ ਡਰ ਗਿਆ ਸੀ ਅਤੇ ਇੱਕ ਦਰਸ਼ਨ ਨੇ ਉਸ ਨੂੰ ਘਬਰਾ ਦਿੱਤਾ ਸੀ। ਸਾਡੇ ਲਈ ਇਸ ਨੂੰ ਸਮਝਣਾ ਕਠਿਨ ਹੈ ਅਤੇ ਸਾਡੇ ਲਈ ਇਸ ਨੂੰ ਮੰਨਣਾ ਕਠਿਨ ਹੈ, ਪਰ ਇੱਥੇ ਇੱਕ ਮਨੁੱਖ ਹੈ ਜੋ ਵਿਸ਼ਵ ਦਾ ਸ਼ਾਸਕ ਹੈ। ਉਹ ਆਪਣੀ ਰਾਜਗੱਦੀ ਉੱਤੇ ਸੁਰੱਖਿਅਤ ਹੈ। ਉਸ ਦੇ ਸਾਰੇ ਬੈਰੀ ਅਧੀਨ ਕੀਤੇ ਗਏ ਹਨ ਔਰ ਫਿਰ ਵੀ ਉਹ ਸੋ ਨਹੀਂ ਸਕਦਾ। 2 ਅਧਿਆਏ 29 ਦੇ ਅਨੁਸਾਰ ਨਬੂਕਦਨੇਸਰ ਦੀ ਨੀਂਦ ਦੀ ਸਮੱਸਿਆ ਇਹ ਹੈ ਕਿ ਉਹ ਭਵਿੱਖ ਦੀ ਚਿੰਤਾ ਨਾਲ ਭਰਪੂਰ ਹੈ। ਉਸ ਨੂੰ ਫਿਕਰ ਹੈ ਕਿ ਅੱਗੇ ਕੀ ਹੋਵੇਗਾ।
ਇੱਕ ਲਿਹਾਜ਼ ਨਾਲ ਉਹ ਤਾਂ ਇੱਕ ਸ਼ਾਹੀ ਨੀਂਦ ਨਾ ਆਉਣ ਦੇ ਰੋਗ ਕਰਕੇ ਕਸ਼ਟ ਭੋਗ ਰਿਹਾ ਹੈ। ਸ਼ਾਇਦ ਇਹ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਲਾਈਨ ਦੀ ਇੱਕ ਮਿਸਾਲ ਹੈ ਕਿ ਇਹ ਜ਼ਮੀਰ ਸਾਨੂੰ ਸਾਰਿਆਂ ਨੂੰ ਡਰਪੋਕ ਬਣਾ ਦਿੰਦਾ ਹੈ, ਜਾਂ ਫਿਰ ਸ਼ਾਇਦ ਉਸ ਉੱਤੇ ਇੱਕ ਕਹਾਵਤ ਬਿਹਤਰ ਤੌਰ ਤੇ ਢੁਕਵੀਂ ਬੈਠਦੀ ਹੈ। ਬੇਆਰਾਮੀ ਉਸ ਲਈ ਬਣੀ ਰਹਿੰਦੀ ਹੈ ਜਿਸ ਨੇ ਸਿਰ ਉੱਤੇ ਤਾਜ ਪਹਿਨਿਆ ਹੋਇਆ ਹੈ। ਕਿਸੇ ਨਾ ਕਿਸੇ ਕਾਰਨ ਕਰਕੇ ਨਬੁਕਦਨਜ਼ਰ ਪੁਰਾਣੇ ਨੇਮ ਵਿਚਲੇ ਅਯੂਬ ਵਰਗਾ ਹੀ ਜਾਪਦਾ ਹੈ। ਉਸਨੇ ਇੱਕ ਸਮੇਂ 7 ਅਧਿਆਇ 14 ਵਿੱਚ ਪਰਮੇਸ਼ਵਰ ਨੂੰ ਆਖਿਆ ਸੀ, ਤੂੰ ਮੈਨੂੰ ਸੁਪਨਿਆਂ ਨਾਲ ਘਬਰਾ ਦਿੰਦਾ ਹੈ ਅਤੇ ਮੈਨੂੰ ਦਰਸ਼ਨਾਂ ਨਾਲ ਡਰਾ ਦਿੰਦਾ ਹੈ। ਇੱਕ ਭਵਿੱਖਬਾਣੀ ਨਾਲ ਸੰਬੰਧਿਤ ਲੇਖਕ ਜਿਸ ਦਾ ਨਾਮ ਜੌਨ ਈਅਰਕੋਟ ਸੀ, ਉਸਨੇ ਇਸ ਰਾਜੇ ਦੇ ਸੁਪਨੇ ਬਾਰੇ ਲਿਖਿਆ ਸੀ ਅਤੇ ਮੈਂ ਸੋਚਦਾ ਹਾਂ ਕਿ ਉਸਨੇ ਮੁੱਖ ਤੌਰ ਇਸ ਬਾਰੇ ਲਿਖਿਆ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਰਾਤ ਦੇ ਸਮੇਂ ਨਬੁਕਦਨਜ਼ਰ ਨੂੰ ਜਾਗਦਿਆਂ ਰੱਖਦੀ ਹੈ। ਉਹ ਇਹ ਸ਼ਬਦ ਲਿਖਦਾ ਹੈ, ਯੋਧੇ ਦੀ ਜਾਨ ਵਿਸ਼ਰਾਮ ਨਹੀਂ ਕਰ ਸਕਦੀ, ਜੋ ਸ਼ਕਤੀ ਉਸ ਕੋਲ ਹੁੰਦੀ ਹੈ ਉਹ ਕੁਝ ਆਨੰਦ ਕਰਨ ਵਾਲੀ ਚੀਜ਼ ਨਹੀਂ ਹੁੰਦੀ, ਇਹ ਤਾਂ ਇਸਤੇਮਾਲ ਕਰਨ ਵਾਲੀ ਚੀਜ਼ ਹੁੰਦੀ ਹੈ। ਇਹ ਤਾਂ ਇੱਕ ਵਸੀਲਾ ਹੁੰਦਾ ਹੈ, ਨਾ ਕਿ ਅੰਤ। ਉਹ ਵਿਸ਼ਰਾਮ ਕਰਨ ਲਈ ਲੇਟ ਚੁੱਕਾ ਹੈ, ਪਰ ਉਸ ਦਾ ਦਿਮਾਗ ਇਸ ਦੀਆਂ ਖਿਆਲੀ ਤਸਵੀਰਾਂ ਬਣਾਉਣ ਦੀ ਕਿਰਿਆ ਦੇ ਪਿੱਛੇ ਲੱਗਾ ਰਹਿੰਦਾ ਹੈ। ਉਹ ਆਪਣੇ ਹਥਿਆਰ ਨੂੰ ਕਿੱਧਰ ਮੋੜੇਗਾ, ਕਿਹੜੇ ਪਾਸੇ ਉਸ ਨੂੰ ਸ਼ਕਤੀ ਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਪੈਣਾ ਹੈ ਜਦੋਂ ਉਹ ਹਮਲਾ ਕਰਨ ਦਾ ਇਰਾਦਾ ਰੱਖੇ। ਜਦੋਂ ਅਤੇ ਸਿਰਫ ਉਹ ਇਕੱਲਾ ਹੀ ਧਰਤੀ ਉੱਤੇ ਖੜਾ ਹੋਵੇ, ਤਦ ਕੀ ਕੀਤਾ ਜਾਵੇ? ਰਾਜਦੁਆਰਾ ਫਿਰ ਬਾਬਲ ਕੋਲ ਪਰਤ ਚੁੱਕਾ ਹੈ, ਜੋ ਪਾਤਸ਼ਾਹੀਆਂ ਦੀ ਪੁਰਾਣੀ ਬੇਰਹਿਮ ਹੈ। ਪਰ ਕੀ ਇਹ ਉੱਥੇ ਟਿਕੀ ਰਹੇਗੀ? ਸੁਪਨਿਆਂ ਵਿੱਚ ਉਹ ਅਜੇ ਵੀ ਖੁਆਇਸ਼ ਦੇ ਰਾਹ ਪਿੱਛੇ ਤੁਰਿਆ ਜਾਂਦਾ ਹੈ। ਹਮੇਸ਼ਾ ਬਦਲ ਵਾਲੀਆਂ ਰੁਚੀਆਂ ਉਹਨਾਂ ਦੇ ਨਾ ਖਤਮ ਹੋਣ ਵਾਲੇ ਯੁੱਧ ਵਿੱਚ ਆਪਣੇ ਪੂਰੇ ਵੇਰੇ ਨਾਲ ਜਾਣ ਦੇ ਪਿੱਛੇ ਹੰਝੂ ਮਾਰ ਜਾਂਦੀਆਂ ਹਨ, ਪਰ ਆਖਰ ਵਿੱਚ ਉਹਨਾਂ ਦਾ ਉਦੇਸ਼ਹੀਨ ਵਿਕਾਸ ਜਾਂਚਿਆ ਜਾਂਦਾ ਹੈ ਅਤੇ ਸੁਪਨੇ ਲੈਣ ਵਾਲੇ ਦੀਆਂ ਸੋਚਾਂ ਵਿੱਚ ਜੋ ਆਪਣੇ ਬਿਸਤਰ ਉੱਤੇ ਲੇਟਿਆ ਉਸਾਰਦਾ ਹੈ, ਇੱਕ ਸਪਸ਼ਟ, ਇਕਸਾਰ ਅਤੇ ਭਿਆਨਕ ਦਰਸ਼ਨ ਸਾਹਮਣੇ ਆਉਂਦਾ ਹੈ। ਜਿੱਥੋਂ ਤੱਕ ਰਾਜੇ ਦਾ ਸਵਾਲ ਹੈ, ਇਹ ਇੱਕ ਡਰਾਉਣੇ ਸੁਪਨੇ ਦੇ ਦੁਆਰਾ ਵਿਸ਼ਰਾਮ ਚਿੰਨ੍ਹ ਲਗਾਈ ਗਈ ਉਨੀਂਦਰੇ ਭਰੀ ਰਾਤ ਹੈ। ਜਿੱਥੋਂ ਤੱਕ ਪਰਮੇਸ਼ਰ ਦਾ ਸਵਾਲ ਹੈ, ਇਹ ਇੱਕ ਮਧਿਅਮ ਹੈ ਜਿਸ ਦੇ ਰਾਹੀਂ ਉਹ ਸ਼ੁਰੂਆਤ ਨੂੰ ਪ੍ਰਗਟ ਕਰੇਗਾ, ਚਰਿੱਤਰ, ਮਾਰਗ ਅਤੇ ਪਰਾਈਆਂ ਕੌਮਾਂ ਦੇ ਸਮਿਆਂ ਦੇ ਅੰਤ ਨੂੰ। ਹੈਰੀ ਜੌਨ ਸਾਈਡ ਨੇ ਇਸ ਅਧਿਆਏ ਦੇ ਬਾਰੇ ਲਿਖਿਆ ਹੈ ਕਿ ਇਸ ਵਿੱਚ ਸਭ ਤੋਂ ਵੱਧ ਸੰਪੂਰਨ ਅਤੇ ਫਿਰ ਵੀ ਸਭ ਤੋਂ ਵੱਧ ਸਰਲ ਭਵਿੱਖਬਾਣੀ ਨਾਲ ਸੰਬੰਧਿਤ ਤਸਵੀਰ ਪਾਈ ਜਾਂਦੀ ਹੈ, ਜੋ ਸਮੁੱਚੀ ਪਰਮੇਸ਼ਰ ਦੀ ਬਾਣੀ ਵਿੱਚ ਸਾਨੂੰ ਮਿਲਦੀ ਹੈ। ਬਿਨਾਂ ਕੋਈ ਸਵਾਲ ਉਠਾਇਆ ਜੋ ਅਸੀਂ ਅਧਿਐਨ ਕਰ ਰਹੇ ਹਾਂ, ਇਹ ਸਮੁੱਚੀ ਬਾਈਬਲ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਸੁਪਨਾ ਹੈ। ਇਸ ਦਾ ਆਰੰਭ ਦਾਨੀਏਲ ਅਤੇ ਨਬੁਕਦਨਜ਼ਰ ਦੇ ਸਮੇਂ ਨਾਲ ਹੁੰਦਾ ਹੈ ਅਤੇ ਇਸ ਸਮੁੱਚੇ ਇਤਿਹਾਸ ਵਿੱਚ ਸੁਰਗਾਂ ਦੇ ਰਾਜੇ ਮਸੀਹ ਦੇ ਰਾਜ ਤੱਕ ਲਗਾਤਾਰ ਅੱਗੇ ਵੱਧਦਾ ਜਾਂਦਾ ਹੈ, ਜੋ ਇਸ ਧਰਤੀ ਉੱਤੇ ਆਪਣਾ ਰਾਜ ਸਥਾਪਿਤ ਕਰਦਾ ਹੈ, ਸਾਡੇ ਪ੍ਰਭੂ ਦਾ 1000 ਵਰ੍ਹਿਆਂ ਦਾ ਰਾਜ। ਹੁਣ ਇਹ ਦੂਸਰਾ ਅਧਿਆਇ ਇੱਕ ਬਹੁਤ ਹੀ ਲੰਬਾ ਅਧਿਆਇ ਹੈ। ਇਸ ਦੀਆਂ 49 ਐਤਾਂ ਇੱਕ ਵੱਡੇ ਭਾਗ ਨੂੰ ਇੱਕ ਭਾਗ ਜਾਂ ਫਿਰ 2 ਭਾਗਾਂ ਵਿੱਚ ਵੀ ਪੂਰਾ ਕਰਨਾ ਸਾਡੇ ਲਈ ਸੰਭਵ ਨਹੀਂ ਹੋਵੇਗਾ। ਇਸ ਕਰਕੇ ਅਸੀਂ ਇਸ ਭਾਗ ਨੂੰ 3 ਸੰਦੇਸ਼ਾਂ ਵਿੱਚ ਵੰਡ ਰਹੇ ਹਾਂ। ਇਹ ਅਧਿਆਇ 2 ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ। 1 ਵਚਨ ਤੋਂ ਲੈ ਕੇ 30 ਵਚਨ ਤੱਕ ਨਬੁਕਦਨਜ਼ਰ ਦੇ ਸੁਪਨੇ ਦੇ ਇਤਿਹਾਸ ਬਾਰੇ ਦੱਸੀਆਂ ਹਨ ਅਤੇ ਕਿਵੇਂ ਦਾਨੀਏਲ ਨੇ ਇਸ ਦਾ ਅਰਥ ਦੱਸਿਆ ਸੀ, ਅਤੇ ਫਿਰ 31 ਵਚਨ ਤੋਂ ਲੈ ਕੇ 49 ਐਤਾਂ ਵਿੱਚ ਅਸੀਂ ਅਸਲ ਸੁਪਨੇ ਨੂੰ ਪਾਉਂਦੇ ਹਾਂ ਅਤੇ ਇਸ ਨੂੰ, ਇਸ ਦਾ ਅਰਥ ਕੀ ਸੀ, ਇਹ ਸਮਝਦੇ ਹਾਂ। 1 ਵਚਨ ਤੋਂ ਲੈ ਕੇ 30 ਵਚਨਾਂ ਤੱਕ ਰਾਜੇ ਦੇ ਸੁਪਨੇ ਦੀ ਕਹਾਣੀ ਦੀ ਲਿਖਤ ਹਨ। ਕਿਉਂਕਿ ਮੈਂ ਬਾਈਬਲ ਦੇ ਇਸ ਭਾਗ ਦਾ ਅਧਿਐਨ ਇਸ ਹਫ਼ਤੇ ਕੀਤਾ ਹੈ, ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਭ ਤੋਂ ਵੱਧ ਸੁਭਾਵਿਕ ਤੌਰ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਕਾਸ਼ਿਤ ਕਰਦਾ ਹੈ। ਇਹ ਤਾਂ ਇੱਕ 3 ਅੰਕਾਂ ਵਾਲੇ ਡਰਾਮੇ ਦੀ ਤਰ੍ਹਾਂ ਹੈ। ਪਹਿਲਾ ਭਾਗ 1 ਤੋਂ ਲੈ ਕੇ 13 ਐਤਾਂ ਵਿੱਚ ਨਬੁਕਦਨਜ਼ਰ ਖੁਦ ਬਿਲਕੁਲ ਇਕੱਲਾ ਮੰਚ ਉੱਤੇ ਹੈ। ਉਸ ਦੇ ਕੁਝ ਹਮੈਤੀ ਦ੍ਰਿਸ਼ ਹਨ, ਪਰ ਉਹ ਹੀ ਖਿੱਚ ਦਾ ਕੇਂਦਰ ਹੈ। ਦਾਨੀਏਲ ਇਸ ਤਸਵੀਰ ਵਿੱਚ ਸ਼ਾਮਲ ਨਹੀਂ ਹੈ। ਅੰਕ ਨੰਬਰ 2, 14 ਵਚਨ ਤੋਂ ਲੈ ਕੇ 23 ਐਤਾਂ ਵਚਨ। ਇਹ ਦ੍ਰਿਸ਼ ਦਾਨੀਏਲ ਦੀ ਛੋਟੀ ਝੌਂਪੜੀ ਦਾ ਹੈ ਅਤੇ ਉਹ ਮੰਚ ਉੱਤੇ ਮੁੱਖ ਝਾਕੀ ਦਾ ਕੇਂਦਰ ਹੈ। ਫਿਰ 3 ਅੰਕ 24 ਐਤਾਂ ਤੋਂ ਆਰੰਭ ਹੁੰਦਾ ਹੈ ਅਤੇ 30 ਐਤ ਤੱਕ ਜਾਂਦਾ ਹੈ, ਅਤੇ ਇਸ ਤਰ੍ਹਾਂ ਦਾਨੀਏਲ ਅਤੇ ਨਬੁਕਦਨਜ਼ਰ ਦੋਵੇਂ ਇਕੱਠੇ ਮੰਚ ਉੱਤੇ ਹਨ। ਇਸ ਤਰ੍ਹਾਂ ਇਹ 3 ਅੰਕ ਵਾਲਾ
ਇੱਕ ਡਰਾਮਾ ਹੈ ਅਤੇ ਇਸੇ ਲਿਹਾਜ਼ ਨਾਲ ਅਸੀਂ ਇਸ ਭਾਗ ਦਾ ਅਧਿਐਨ ਕਰਾਂਗੇ। ਜਲਦੀ ਅਸੀਂ ਇਸ ਵਿਰਾਸਤ ਨੂੰ ਪੜ੍ਹਾਂਗੇ ਅਤੇ ਉਸ ਸਭ ਨੂੰ ਜਾਣਾਂਗੇ ਜੋ ਵੀ ਇਸ ਤਰ੍ਹਾਂ ਕਰਦੇ ਪਾਵਾਂਗੇ। ਨੰਬਰ 1, ਨਮੂਕਨ ਨਜ਼ਰ ਮੰਚ ਉੱਤੇ। ਦਾਨੀਏਲ 2 ਅਧਿਆਇ 1 ਵਚਨ ਤੋਂ ਲੈ ਕੇ 13 ਵਚਨਾਂ ਤੱਕ। ਇਸ ਤਰ੍ਹਾਂ ਅੰਕ 1 ਉੱਤੇ ਸਭ ਤੋਂ ਪਹਿਲਾਂ ਗੌਰ ਕਰੋ। 1 ਵਚਨ ਤੋਂ ਲੈ ਕੇ 13 ਐਤਾਂ ਵਿੱਚ ਨਮੂਕਨ ਨਜ਼ਰ ਮੰਚ ਉੱਤੇ ਹੈ। ਹੁਣ ਇਸ ਤਰ੍ਹਾਂ ਜਾਪਦਾ ਹੈ 2 ਅਧਿਆਇ ਕ੍ਰਮਵਾਰ ਪਹਿਲੇ ਅਧਿਆਇ ਦੀਆਂ ਘਟਨਾਵਾਂ ਤੋਂ ਬਾਅਦ ਹੀ ਵਰਪਦਾ ਹੈ। ਦਾਨੀਏਲ 1 ਅਧਿਆਇ 18 ਦੇ ਵਚਨ ਤੋਂ ਅਸੀਂ ਜਾਣੂ ਕਰਾਏ ਜਾਂਦੇ ਹਾਂ ਕਿ ਉਹਨਾਂ ਦੇ ਹੁਣ ਪਰਖੇ ਜਾਣ ਦੇ ਦਿਨਾਂ ਦਾ ਅੰਤ ਆ ਗਿਆ ਹੈ। ਜਿੱਥੋਂ ਤੱਕ ਇਬਰਾਨੀ ਬੱਚਿਆਂ ਦਾ ਜ਼ਿਕਰ ਸੰਬੰਧ ਹੈ, ਜੇਕਰ ਆਪ ਸਾਡੇ ਨਾਲ ਅਧਿਐਨ ਕਰਦੇ ਆ ਰਹੇ ਹੋ ਤਦ ਆਪ ਨੂੰ ਯਾਦ ਹੈ ਕਿ ਉਹ ਤਾਂ 3 ਸਾਲਾਂ ਲਈ ਸਕੂਲ ਵਿੱਚ ਪੜ੍ਹਦੇ ਆ ਰਹੇ ਹਨ। ਹੁਣ ਉਹ ਪਹਿਲੇ ਅਧਿਆਇ ਦੇ ਅੰਤ ਵਿੱਚ ਪੜ੍ਹਾਈ ਖਤਮ ਕਰ ਚੁੱਕੇ ਹਨ। ਆਪ ਨੂੰ ਯਾਦ ਹੈ ਕਿ ਦਾਨੀਏਲ ਪੜ੍ਹਾਈ ਵਿੱਚ ਸਭ ਤੋਂ ਅੱਗੇ ਹੈ। ਉਹ ਆਪਣੀ ਜਮਾਤ ਦਾ ਮੋਹਰੀ ਸੀ। ਹੁਣ ਪੜ੍ਹਾਈ ਖਤਮ ਹੋ ਗਈ ਹੈ ਅਤੇ 2 ਅਧਿਆਇ ਦਾ ਆਰੰਭ ਹੁੰਦਾ ਹੈ। 2 ਅਧਿਆਇ ਦੀਆਂ ਘਟਨਾਵਾਂ ਇਹਨਾਂ ਇਬਰਾਨੀ ਬੱਚਿਆਂ ਦੀ ਪੜ੍ਹਾਈ ਤੋਂ ਬਾਅਦ ਵਰਪਦੀਆਂ ਹਨ, ਪਰ ਇਹ ਸਾਡੇ ਲਈ ਇੱਕ ਸਭ ਤੋਂ ਵੱਧ ਰੋਚਕ ਸਮੱਸਿਆ ਖੜੀ ਕਰਦਾ ਹੈ, ਕਿਉਂਕਿ 2 ਅਧਿਆਇ ਦਾ ਆਰੰਭ ਇੱਕ ਵੱਡੇ ਸ਼ਸ਼ੋਪੰਜ ਵਾਲੇ ਢੰਗ ਨਾਲ ਹੁੰਦਾ ਹੈ। ਕਿਉਂਕਿ 2 ਅਧਿਆਇ ਵਿੱਚ ਵਚਨ ਆਖਦਾ ਹੈ, ਨਬੂਕਦਨੇਜ਼ਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ, ਅਤੇ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹਾਂ, ਜਰਾ ਰੁਕੋ, ਕਿੰਨਾ ਸਮਾਂ ਉਹ ਸਕੂਲ ਵਿੱਚ ਗਏ ਸਨ? 3 ਸਾਲ। ਅਤੇ ਕਿਸ ਨੇ ਉਹਨਾਂ ਨੂੰ ਸਕੂਲ ਵਿੱਚ ਭਰਤੀ ਕੀਤਾ ਸੀ? ਨਬੂਕਦਨੇਜ਼ਰ ਨੇ। ਅਤੇ ਇਸ ਤਰ੍ਹਾਂ ਉਹਨਾਂ ਦੀ ਪੜ੍ਹਾਈ ਦੇ ਠੀਕ ਆਰੰਭ ਵਿੱਚ ਉਹ ਮੌਜੂਦ ਸੀ। ਹੁਣ ਅਸੀਂ 2 ਅਧਿਆਇ ਦਾ ਆਰੰਭ ਕਰਦੇ ਹਾਂ ਅਤੇ ਇੱਥੇ ਵਚਨ ਆਖਦਾ ਹੈ ਕਿ ਇਹ ਤਾਂ ਬਸ ਉਸ ਰਾਜਾ ਦਾ ਦੂਸਰਾ ਵਰ੍ਹਾ ਹੀ ਸੀ। ਅਸੀਂ ਇਸ ਨੂੰ ਕਿਵੇਂ ਬਿਆਨ ਕਰੀਏ? ਜੀ ਹਾਂ, ਇਹ ਇੱਕ ਬਹੁਤ ਹੀ ਰੋਚਕ ਵਿਆਖਿਆ ਹੈ ਅਤੇ ਬਾਬਲ ਦੇ ਲੋਕਾਂ ਦੇ ਹਿਸਾਬ ਕਿਤਾਬ ਦੇ ਅਨੁਸਾਰ ਇਹ ਬਹੁਤ ਹੀ ਤਰਕ ਸੰਗਤ ਹੈ ਅਤੇ ਦਾਨੀਏਲ ਬਾਬਲ ਦੇ ਰਾਜ ਦਰਬਾਰ ਤੋਂ ਲਿਖ ਰਿਹਾ ਸੀ ਅਤੇ ਬਾਬਲ ਦੇ ਲੋਕਾਂ ਦੇ ਲੇਖਾ ਜੋਖਾ ਕਰਨ ਦੀ ਵਿਧੀ ਦੇ ਅਨੁਸਾਰ ਇੱਕ ਰਾਜਾ ਆਪਣੇ ਪਹਿਲੇ ਸਾਲ ਨੂੰ ਆਪਣੇ ਰਾਜ ਦਾ ਇੱਕ ਹਿੱਸਾ ਨਹੀਂ ਗਿਣਦਾ ਸੀ। ਇਸ ਨੂੰ ਉਸ ਰਾਜ ਨੂੰ ਸੰਭਾਲਣ ਦਾ ਵਰ੍ਹਾ ਆਖਿਆ ਜਾਂਦਾ ਸੀ। ਜਿਉਂ ਹੀ ਉਹ ਰਾਜਗੱਦੀ ਉੱਤੇ ਬੈਠਦਾ ਸੀ ਅਤੇ ਇਸ ਨੂੰ ਇੱਕ ਅਨੰਤ ਕਾਲ ਵਰ੍ਹੇ ਵਜੋਂ ਅੱਡ ਰੱਖਿਆ ਜਾਂਦਾ ਸੀ ਅਤੇ ਉਹ ਦੂਸਰੇ ਵਰ੍ਹੇ ਤੋਂ ਹੀ ਗਿਣਨਾ ਆਰੰਭ ਕਰਦੇ ਸਨ। ਇਸ ਤਰ੍ਹਾਂ ਜਦੋਂ ਅਸੀਂ ਪਹਿਲੇ ਅਧਿਆਇ ਵਿੱਚ ਵਾਪਸ ਜਾਂਦੇ ਹਾਂ, ਅਸੀਂ ਜਾਣ ਲੈਂਦੇ ਹਾਂ ਕਿ ਪਹਿਲੇ ਵਰ੍ਹੇ ਜਦੋਂ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਇਸਰਾਇਲ ਤੋਂ ਲਿਆਂਦਾ ਗਿਆ ਸੀ, ਉਹ ਰਾਜੇ ਦਾ ਗੱਦੀ ਸੰਭਾਲਣ ਦਾ ਵਰ੍ਹਾ ਸੀ। ਫਿਰ ਸਾਡੇ ਕੋਲ ਦੂਸਰਾ ਅਤੇ ਤੀਸਰਾ ਵਰ੍ਹਾ ਬਾਬਲ ਦੇ ਲੋਕਾਂ ਦੇ ਸਮੇਂ ਦੀ ਗਿਣਤੀ ਦੇ ਅਨੁਸਾਰ ਪਹਿਲਾ ਅਤੇ ਦੂਸਰਾ ਵਰ੍ਹਾ ਸੀ। ਹੁਣ ਦੂਸਰੇ ਵਰ੍ਹੇ ਦੇ ਅੰਤ ਵਿੱਚ ਅਸੀਂ ਦੂਸਰੇ ਅਧਿਆਇ ਦੇ ਆਰੰਭ ਵਿੱਚ ਹਾਂ। ਆਪ ਗੌਰ ਕਰੋ ਕਿ ਮੈਂ ਕਿੱਥੋਂ ਆ ਰਿਹਾ ਹਾਂ। ਇਸ ਤਰ੍ਹਾਂ ਇਹ ਰਾਜਾ ਨਬੂਕਦਨੇਜ਼ਰ ਦੇ ਰਾਜ ਦੇ ਦੂਸਰੇ ਵਰ੍ਹੇ ਦਾ ਅੰਤ ਹੈ, ਪਰ ਯਾਦ ਰੱਖੋ ਕਿ ਉਸ ਦਾ ਪਿਤਾ ਮਰ ਗਿਆ ਸੀ ਅਤੇ ਉਹ ਰਾਜ ਗੱਦੀ ਉੱਤੇ ਉਦੋਂ ਬੈਠਾ ਸੀ ਠੀਕ ਜਦੋਂ ਦਾਨੀਏਲ ਅਤੇ ਉਸ ਦੇ ਦੋਸਤ ਬਾਬਲ ਨੂੰ ਆ ਰਹੇ ਸਨ। ਇਸ ਤਰ੍ਹਾਂ ਅਸੀਂ ਹੁਣ ਠੀਕ ਸਮੇਂ ਦੇ ਲੇਖੇ ਜੋਖੇ ਵਿੱਚ ਉਲਝ ਗਏ ਹਾਂ ਅਤੇ ਹੁਣ ਅਸੀਂ ਇਹ ਸਮਝਣ ਲਈ ਤਿਆਰ ਹਾਂ ਕਿ ਰਾਜਾ ਨਬੂਕਦਨੇਜ਼ਰ ਦੇ ਜੀਵਨ ਵਿੱਚ ਕੀ ਵਾਪਰ ਰਿਹਾ ਹੈ। ਭਾਗ ਊੜਾ, ਰਾਜੇ ਦਾ ਸੁਪਨਾ। ਅਸੀਂ ਪਹਿਲੇ ਅੰਕ ਦਾ ਅੰਕ ਊੜੇ ਨਾਲ ਕਰਦੇ ਹਾਂ, ਪਰ ਆਪ ਆਪਣੇ ਲਈ ਇਸ ਨੂੰ ਰਾਜੇ ਦੇ ਸੁਪਨੇ ਵਜੋਂ ਦਾਨੀਏਲ 2 ਅਧਿਆਇ 1 ਨਾਲ ਲਿਖ ਲਵੋ। ਇੱਥੇ ਵਚਨ ਆਖਦਾ ਹੈ, ਨਬੂਕਦਨੇਜ਼ਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ ਅਤੇ ਉਹਦੀ ਨੀਂਦ ਜਾਂਦੀ ਰਹੀ। ਹੁਣ ਕਹਾਣੀ ਇਸ ਤਰ੍ਹਾਂ ਹੈ, ਰਾਜਾ ਹੁਣੇ-ਹੁਣੇ ਰਾਜਗੱਦੀ ਉੱਤੇ ਬੈਠਾ ਹੈ। ਉਸ ਨੂੰ ਭਵਿੱਖ ਦੀ ਬਹੁਤ ਚਿੰਤਾ ਹੈ। ਉਹ ਸਭ ਤੋਂ ਚੋਟੀ ਉੱਤੇ ਹੈ, ਪਰ ਹੁਣ ਉਸ ਕੋਲ ਬਹੁਤ ਕੁਝ ਗਵਾ ਲੈਣ ਲਈ ਹੈ ਅਤੇ ਉਸ ਨੂੰ ਬਹੁਤ ਚਿੰਤਾ ਹੈ ਕਿ ਉਸ ਨਾਲ ਕੀ ਕੁਝ ਵਾਪਰ ਸਕਦਾ ਹੈ। ਦਿਨ ਦੇ ਦੌਰਾਨ ਆਉਣ ਵਾਲੀਆਂ ਸਮੱਸਿਆ ਰਾਤ ਦੀਆਂ ਸਮੱਸਿਆ ਬਣ ਜਾਂਦੀਆਂ ਹਨ। ਉਹ ਸੌਣ ਲੱਗਿਆਂ ਉਹਨਾਂ ਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ। ਉਹ ਸਲਤਨਾ ਉੱਤੇ ਫਤਿਹ ਪਾ ਸਕਿਆ ਸੀ, ਪਰ ਉਹ ਆਪਣੇ ਖੁਦ ਦੇ ਸੁਪਨਿਆਂ ਨੂੰ ਨਹੀਂ ਸੀ ਜਿੱਤ ਸਕਿਆ। ਮੈਂ ਬਸ ਇੱਕ ਪਲ ਲਈ ਰੁਕ ਕੇ ਇਹ ਦੱਸਣਾ ਚਾਹੁੰਦਾ ਹਾਂ ਕਿ ਕੁਝ ਲਿਹਾਜ਼ ਨਾਲ ਨਬੂਕਦਨੇਜ਼ਰ ਸਾਡਾ ਹੀ ਇੱਕ ਸਮਕਲੀ ਹੈ, ਕਿਉਂਕਿ ਆਪ ਅਤੇ ਮੈਂ ਦੋਵੇਂ ਬਹੁਤ ਹੀ ਸਾਰੇ ਲੋਕਾਂ ਨੂੰ ਜਾਣਦੇ ਹਾਂ ਜੋ ਸਿਖਰ ਤੱਕ ਉੱਚੇ ਕੀਤੇ ਗਏ ਹਨ, ਪਰ ਜੋ ਵੀ ਜ਼ਿੰਮੇਵਾਰੀ ਉਹਨਾਂ ਨੇ ਪਾਈ ਹੈ ਉਸ ਦੇ ਕਰਕੇ ਉਹਨਾਂ ਨੂੰ ਕਈ ਰਾਤ ਨੀਂਦ ਨਹੀਂ ਆਉਂਦੀ। ਬਾਈਬਲ ਦੇ ਅਨੁਸਾਰ ਦਰਸ਼ਨਾਂ ਦੇ ਵਸੀਲੇ ਨਾਲ
ਦੋ ਤਰ੍ਹਾਂ ਪਰਮੇਸ਼ਰ ਨੇ ਗੱਲਬਾਤ ਕੀਤੀ ਸੀ। ਉਹ ਸੁਪਨਿਆਂ ਵਿੱਚ ਹੋ ਕੇ ਬੋਲਿਆ ਸੀ, ਜੋ ਕੁਝ ਅਜਿਹਾ ਹੈ ਜੋ ਉਸਨੇ ਉਦੋਂ ਕੀਤਾ ਸੀ ਜਦੋਂ ਕੋਈ ਵਿਅਕਤੀ ਸੁੱਤਾ ਪਿਆ ਸੀ, ਅਤੇ ਉਸਨੇ ਦਰਸ਼ਨਾਂ ਰਾਹੀਂ ਗੱਲਬਾਤ ਕੀਤੀ ਸੀ ਜੋ ਇੱਕ ਸੁਪਨੇ ਦੀ ਤਰ੍ਹਾਂ ਹੀ ਹੈ। ਫਰਕ ਬਸ ਇੰਨਾ ਹੀ ਹੈ ਕਿ ਜਦੋਂ ਉਹਨਾਂ ਕੋਈ ਦਰਸ਼ਨ ਵੇਖਿਆ ਸੀ ਤਦ ਉਹ ਜਾਗਦੇ ਸਨ। ਪੁਰਾਣੇ ਨੇਮ ਵਿੱਚ ਗਿਣਤੀ ਦੀ ਪੁਸਤਕ 12 ਅਧਿਆਇ 6 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੇ ਤੁਹਾਡੇ ਵਿੱਚੋਂ ਕੋਈ ਨਬੀ ਹੋਵੇ ਤਾਂ ਮੈਂ ਯਹੋਵਾ ਆਪਣੇ ਆਪ ਨੂੰ ਦਰਸ਼ਨ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਅਤੇ ਸੁਪਨੇ ਵਿੱਚ ਉਹਦੇ ਨਾਲ ਬੋਲਾਂਗਾ। ਪੁਰਾਣੇ ਨੇਮ ਦੇ ਜ਼ਮਾਨੇ ਵਿੱਚ ਅਤੇ ਪੁਰਾਣੇ ਨੇਮ ਦੇ ਸਮਿਆਂ ਵਿੱਚ ਪਰਮੇਸ਼ਰ ਨੇ ਆਪਣੇ ਖੁਦ ਦੇ ਲੋਕਾਂ ਨਾਲ ਸੁਪਨਿਆਂ ਦੇ ਰਾਹੀਂ ਗੱਲਬਾਤ ਕੀਤੀ ਸੀ। ਸੁਲੇਮਾਨ ਨੇ ਇੱਕ ਸੁਪਨਾ ਵੇਖਿਆ ਸੀ। ਆਪ ਯੂਸਫ ਦੇ ਸੁਪਨਿਆਂ ਦੇ ਬਾਰੇ ਜਾਣਦੇ ਹੋ ਅਤੇ ਉਹ ਬਹੁਤ ਖਾਸ ਸੁਪਨੇ ਦੇ ਬਾਰੇ ਯਾਕੂਬ ਨੇ ਵੀ ਸੁਪਨਾ ਵੇਖਿਆ ਸੀ। ਉਤਪਤੀ ਦੀ ਪੁਸਤਕ ਵਿੱਚ ਇਹ ਲਿਖਿਆ ਹੋਇਆ ਹੈ। ਇਹ ਸਭ ਪਰਮੇਸ਼ਰ ਦੇ ਲੋਕ ਹਨ, ਪਰ ਜਿਉਂ-ਜਿਉਂ ਆਪ ਪੁਰਾਣੇ ਨੇਮ ਦਾ ਅਧਿਐਨ ਕਰਦੇ ਹੋ ਅਤੇ ਇਸ ਅਧਿਆਏ ਉੱਤੇ ਆਪਣਾ ਧਿਆਨ ਕੇਂਦਰਿਤ ਕਰਦੇ ਹੋ, ਤਦ ਇੱਕ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਪਰਮੇਸ਼ਰ ਨੇ ਸਿਰਫ ਆਪਣੇ ਹੀ ਨਿੱਜ ਲੋਕਾਂ ਨਾਲ ਹੀ ਸੁਪਨਿਆਂ ਦੇ ਰਾਹੀਂ ਗੱਲਬਾਤ ਨਹੀਂ ਸੀ ਕੀਤੀ, ਬਲਕਿ ਅਕਸਰ ਕਈ ਵਾਰ ਉਸਨੇ ਗੈਰ ਕੌਮਾਂ ਦੇ ਲੋਕਾਂ ਨਾਲ ਵੀ ਸੁਪਨਿਆਂ ਦੇ ਰਾਹੀਂ ਗੱਲਬਾਤ ਕੀਤੀ ਸੀ। ਮਿਸਾਲ ਵਜੋਂ, ਕਿ ਆਪ ਨੂੰ ਯਾਦ ਹੈ ਜਦੋਂ ਅਬਰਾਹਾਮ ਗਗਰ ਦੇ ਰਾਜਾ ਅਬੀਮਲਕ ਨਾਲ ਰਹਿੰਦਿਆਂ ਸੀ, ਉਸਨੇ ਆਪਣੀ ਪਤਨੀ ਸਾਰਾ ਰਾਜੇ ਨੂੰ ਸੌਂਪ ਦਿੱਤੀ ਸੀ। ਬਾਈਬਲ ਵਿੱਚ ਉਤਪਤੀ ਦੀ ਪੁਸਤਕ ਵਿੱਚ ਇਹ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਨੇ ਇੱਕ ਸੁਪਨੇ ਦੇ ਰਾਹੀਂ ਅਬੀਮਲਕ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਸਾਰਾ ਅਬਰਾਹਾਮ ਦੀ ਪਤਨੀ ਸੀ। ਉਹ ਇੱਕ ਪਰਮੇਸ਼ਰ ਪ੍ਰਸਤ ਮਨੁੱਖ ਸੀ ਅਤੇ ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿ ਇੱਕ ਸਮੇਂ ਜਦੋਂ ਗਿਦੋਨ ਮਦੀਆਨੀਆਂ ਦੇ ਵਿਰੁੱਧ ਲੜ ਰਿਹਾ ਸੀ, ਤਦ ਪਰਮੇਸ਼ਰ ਨੇ ਮਦੀਆਨੀਆਂ ਵਿੱਚੋਂ ਇੱਕ ਨਾਲ ਇੱਕ ਸੁਪਨੇ ਦੇ ਰਾਹੀਂ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਇਸ ਸੱਚਾਈ ਦਾ ਦਰਸ਼ਨ ਦਿੱਤਾ ਸੀ ਕਿ ਉਹ ਇਸ ਯੁੱਧ ਵਿੱਚ ਜਿੱਤ ਜਾਣ ਵਾਲੇ ਹਨ। ਇੱਥੇ ਇਸ ਅਧਿਆਏ ਵਿੱਚ ਸਾਡੇ ਕੋਲ ਇਸ ਕਹਾਣੀ ਪਰਮੇਸ਼ਰ ਦੇ ਇੱਕ ਦੁਸ਼ਟ ਰਾਜਾ ਨਬੂਕਦਨੇਜ਼ਰ ਨਾਲ ਇੱਕ ਸੁਪਨੇ ਦੇ ਰਾਹੀਂ ਗੱਲਬਾਤ ਕਰਨ ਦੇ ਬਾਰੇ ਹੈ। ਹੁਣ ਮੈਨੂੰ ਬਸ ਇੱਕ ਪਲ ਰੁਕ ਕੇ ਸਵਾਲ ਪੁੱਛਣਾ ਪੈਣਾ ਹੈ। ਪਹਿਲਾ ਸਵਾਲ ਇਹ ਹੈ, ਕਦੋਂ ਤੋਂ ਪਰਮੇਸ਼ਰ ਨੇ ਆਪਣੀ ਯੋਜਨਾ ਇੱਕ ਨਿਰਕੁਸ਼ ਪਰਮੇਸ਼ਰ ਸਹਿਤ ਰਾਜੇ ਕੋਲ ਪ੍ਰਗਟ ਕੀਤੀ ਸੀ? ਇਹ ਇੱਕ ਅੱਛਾ ਸਵਾਲ ਹੈ। ਅਸੀਂ ਪਹਿਲਾਂ ਹੀ ਇਹ ਆਖ ਚੁੱਕੇ ਹਾਂ ਕਿ ਇਹ ਬਾਈਬਲ ਵਿੱਚ ਇਹ ਸਭ ਤੋਂ ਮਹੱਤਵਪੂਰਨ ਸੁਪਨਾ ਹੈ ਅਤੇ ਪਰਮੇਸ਼ਰ ਨੇ ਇਸ ਸੁਪਨੇ ਨੂੰ ਇੱਕ ਦੁਸ਼ਟ ਰਾਜੇ ਨੂੰ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਸੀ। ਆਪ ਇਸ ਦੀ ਵਿਆਖਿਆ ਕਿਵੇਂ ਕਰਦੇ ਹੋ? ਜੀ ਹਾਂ, ਇਸ ਦਾ ਉੱਤਰ ਸਮਿਆਂ ਦਾ ਇੱਕ ਇਸ਼ਾਰਾ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਇਸਰਾਇਲ ਦੇ ਇਤਿਹਾਸ ਦੇ ਇਸ ਖਾਸ ਸਮੇਂ ਦੇ ਦੌਰਾਨ ਯਹੂਦੀਆਂ ਅਤੇ ਬਾਬਲ ਦੇ ਲੋਕਾਂ ਵਿੱਚ ਬਹੁਤ ਬੜਾ ਫਰਕ ਸੀ। ਜੇਕਰ ਮੈਂ ਇਸ ਤਰ੍ਹਾਂ ਆਖ ਸਕਾਂ ਕਿ ਪਰਮੇਸ਼ਰ ਕੋਲ ਇਹਨਾਂ ਵਿੱਚ ਚੁਣਨ ਲਈ ਜ਼ਿਆਦਾ ਕੁਝ ਨਹੀਂ ਸੀ। ਯਹੂਦੀ ਲੋਕ ਉਨੇ ਹੀ ਦੁਸ਼ਟ ਸਨ ਜਿੰਨੇ ਕਿ ਬਾਬਲ ਦੇ ਲੋਕ, ਅਤੇ ਇਹ ਤਕਰੀਬ ਇਸੇ ਹੀ ਤਰ੍ਹਾਂ ਸੀ ਜਿਵੇਂ ਕਿ ਪਰਮੇਸ਼ਰ ਉਹਨਾਂ ਨੂੰ ਇੱਕ ਕਿਸਮ ਦੇ ਤਾਨੇ-ਪੂਰਮ ਢੰਗ ਨਾਲ ਆਖ ਰਿਹਾ ਹੋਵੇ। ਮੈਂ ਤੁਹਾਨੂੰ ਇਹ ਵਿਖਾਵਾਂਗਾ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ। ਮੈਂ ਆਪਣੀਆਂ ਯੋਜਨਾਵਾਂ ਇਸ ਦੇਸ਼ ਦੇ ਸਭ ਤੋਂ ਵੱਧ ਭ੍ਰਸ਼ਟ ਰਾਜੇ ਦੇ ਕੋਲ ਪ੍ਰਗਟ ਕਰਾਂਗਾ, ਪਰ ਮੈਂ ਇਸ ਬਾਰੇ ਵੀ ਇਸ਼ਾਰਾ ਕਰਨਾ ਚਾਹਾਂਗਾ ਕਿ ਨਬੂਕਦਨੇਜ਼ਰ ਇੱਕ ਖਾਸ ਸਥਾਨ ਉੱਤੇ ਸਥਿਤ ਹੈ, ਕਿਉਂਕਿ ਉਹ ਦੇਸ਼ ਦਾ ਪਹਿਲਾ ਗੈਰ ਯਹੂਦੀ ਰਾਜਾ ਉੱਥੇ ਦਾ ਸ਼ਾਸਕ ਹੋਣ ਜਾ ਰਿਹਾ ਹੈ ਅਤੇ ਇਹ ਸੁਪਨਾ ਜਿਸ ਦਾ ਅਧਿਐਨ ਅਸੀਂ ਕਰ ਰਹੇ ਹਾਂ, ਇਸ ਦਾ ਸੁਭਾਅ ਕੀ ਹੈ? ਗੈਰ ਕੌਮਾਂ ਦੇ ਸਮਿਆਂ ਦੇ ਲਈ ਇਹ ਪਰਮੇਸ਼ਰ ਦੀ ਯੋਜਨਾ ਹੈ ਅਤੇ ਕੀ ਇਹ ਸੁਭਾਵਿਕ ਨਹੀਂ ਹੋਵੇਗਾ ਕਿ ਪਰਮੇਸ਼ਰ ਗੈਰ ਕੌਮਾਂ ਦੇ ਸਮਿਆਂ ਦੇ ਲਈ ਆਪਣੀ ਯੋਜਨਾ ਦਾ ਭੇਤ ਇੱਕ ਗੈਰ ਕੌਮੀ ਰਾਜੇ ਅੱਗੇ ਪ੍ਰਗਟ ਕਰੇਗਾ? ਠੀਕ ਇਹੋ ਹੀ ਹੈ ਜੋ ਪਰਮੇਸ਼ਰ ਕਰ ਰਿਹਾ ਹੈ। ਜੀ ਹਾਂ, ਇਹ ਰਾਜੇ ਦਾ ਸੁਪਨਾ ਹੈ। ਭਾਗ ਐੜਾ, ਰਾਜੇ ਦੀ ਪੱਕੀ ਮਨਸ਼ਾ। ਆਓ ਅਸੀਂ ਰਾਜੇ ਦੀ ਪੱਕੀ ਮਨਸ਼ਾ ਬਾਰੇ ਗੌਰ ਕਰੀਏ। ਦਾਨੀਏਲ 2 ਅਧਿਆਏ 2 ਵਚਨ ਤੋਂ ਲੈ ਕੇ 4 ਵਚਨਾਂ ਤੱਕ। ਤਾਂ ਰਾਜਾ ਨੇ ਹੁਕਮ ਦਿੱਤਾ ਕਿ ਜਾਦੂਗਰ, ਜੋਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ, ਭਾਈ ਉਹ ਰਾਜੇ ਦਾ ਸੁਪਨਾ ਉਹਨੂੰ ਦੱਸਣ। ਸੋ ਉਹ ਆਏ ਅਤੇ ਰਾਜੇ ਦੇ ਦਰਬਾਰ ਅੱਗੇ ਖੜੇ ਹੋਏ। ਤਾਂ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਪਨਾ ਵੇਖਿਆ ਹੈ, ਪਰ ਮੇਰਾ ਆਤਮਾ ਉਸ ਸੁਪਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ। ਅੱਗੋਂ ਕਸਦੀਆਂ ਨੇ ਰਾਜੇ ਦੇ ਦਰਬਾਰ ਅਰਾਮੀ ਬੋਲੀ ਵਿੱਚ ਅਰਦਾਸ ਕੀਤੀ, ਭਾਈ ਹੇ ਮਹਾਰਾਜਾ, ਸਦਾ ਤੱਕ ਜਿਉਂਦਾ ਰਹਿ, ਆਪਣੇ ਬੰਦਿਆਂ ਨੂੰ ਸੁਪਨਾ ਸੁਣਾਓ ਅਤੇ ਅਸੀਂ ਉਹਦਾ ਅਰਥ ਦੱਸਾਂਗੇ। ਹੁਣ ਰਾਜੇ ਨੇ ਇਹ ਭਿਆਨਕ ਸੁਪਨਾ ਵੇਖਿਆ ਸੀ ਅਤੇ ਉਸਨੇ ਆਪਣੇ ਬੁੱਧਵਾਨ, ਭਰੋਸੇਯੋਗ ਅਤੇ ਮੰਤਰੀਆਂ ਦੀ ਸਭਾ ਅਗਲੇ ਦਿਨ ਬੁਲਾਈ। ਉਹ ਮੰਤਰੀ ਮੰਡਲ 4 ਭਿੰਨ 2 ਟੋਲਿਆਂ ਦਾ ਬਣਿਆ ਹੋਇਆ ਸੀ। ਉਹ ਜਾਦੂਗਰ ਨਾਲੋਂ ਵੱਧ ਕੇ ਇਸ ਵਚਨ ਦੇ ਭਾਗ ਦੇ ਅਨੁਸਾਰ ਵਿਦਵਾਨ ਸਨ। ਇਹ ਸਭ ਜੋ ਇੱਕ ਹੋਰ ਸ਼ਬਦ ਨਾਲ ਜੋੜਿਆ ਗਿਆ ਹੈ, ਉਹ ਸ਼ਬਦ ਹੈ ਸਟੈਲੋ ਜਾਂ ਪੈਨ। ਇਸ ਦਾ ਅਰਥ ਹੈ ਉਹ ਜੋ ਲਿਖਦੇ ਹਨ।
ਉਹ ਜਾਦੂਗਰ ਵਿਦਵਾਨ ਸੀ। ਫਿਰ ਉਸਨੇ ਜੋਤਸ਼ੀਆਂ ਨੂੰ ਸੱਦਿਆ ਜਿਨ੍ਹਾਂ ਨੂੰ ਆਪ ਤਾਰਿਆਂ ਦਾ ਗਿਆਨ ਰੱਖਣ ਵਾਲੇ ਸਮਝ ਸਕਦੇ ਹੋ, ਅਤੇ ਉਹਨਾਂ ਦੇ ਨਾਲ ਉਸਨੇ ਜਾਦੂਗਰ ਟੂਣੇ ਵਾਲਿਆਂ ਨੂੰ ਵੀ ਸੱਦਿਆ। ਇਹ ਜਾਦੂ ਟੂਣੇ ਕਰਨ ਵਾਲੇ ਉਹ ਮਨੁੱਖ ਸਨ ਜੋ ਮੰਤਰ ਪੜ੍ਹਨ ਵਾਲੇ ਸਨ ਅਤੇ ਮੋਏ ਹੋਏ ਲੋਕਾਂ ਦੇ ਨਾਲ ਸੰਪਰਕ ਰੱਖਦੇ ਸਨ। ਉਹ ਉਸ ਜ਼ਮਾਨੇ ਦੇ ਜਾਦੂਗਰ ਟੂਣਾ ਅਤੇ ਝਾੜ ਫੂਕ ਕਰਨ ਵਾਲੇ ਸਨ, ਅਤੇ ਉਹਨਾਂ ਦੇ ਨਾਲ ਕਸਦੀਆਂ ਨੂੰ ਵੀ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਇਸਤੇਮਾਲ ਕੀਤਾ ਗਿਆ ਸ਼ਬਦ ਕਸਦੀ, ਇਹ ਕੋਈ ਭੂਗੋਲਿਕ ਹਵਾਲਾ ਦੇਣ ਵਾਲਾ ਸ਼ਬਦ ਨਹੀਂ ਹੈ, ਪਰ ਇਹ ਤਾਂ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਸੰਬੰਧ ਬਾਬਲ ਦੇ ਲੋਕਾਂ ਦੇ ਨਾਲ ਹੈ। ਜਦੋਂ ਅਸੀਂ ਇਸ ਨੂੰ ਇੱਕ ਇਸ ਤਰ੍ਹਾਂ ਦੇ ਭਾਗ ਵਿੱਚ ਤੱਕਦੇ ਹਾਂ, ਤਦ ਇਹ ਜੋਤਸ਼ੀਆਂ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਦਾ ਜ਼ਿਕਰ ਕਰਦਾ ਹੈ। ਇਸ ਤਰ੍ਹਾਂ ਹੁਣ ਰਾਜੇ ਦੇ ਸਨਮੁਖ ਉਸ ਦੇ ਬੁੱਧੀਮਾਨ ਲਈ ਭਰੋਸੇਯੋਗ ਲੋਕ ਉਸ ਦੇ ਸਾਹਮਣੇ ਹਨ, ਅਤੇ ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਪਿਛਲੀ ਰਾਤ ਦੇ ਦੌਰਾਨ ਆਏ ਸੁਪਨੇ ਦਾ ਅਰਥ ਦੱਸਣ। ਇਹ ਗੌਰ ਕਰਨਾ ਰੋਚਕ ਗੱਲ ਹੈ। 7 ਅਧਿਆਇ 28 ਤੱਕ ਦਾਨੀਏਲ ਨਬੀ ਦੀ ਪੁਸਤਕ ਦਾ ਇਹ ਭਾਗ ਅਰਾਮੀ ਬੋਲੀ ਵਿੱਚ ਲਿਖਿਆ ਹੋਇਆ ਹੈ, ਜੋ ਪੁਰਾਣੇ ਨੇਮ ਦੀ ਮੂਲ ਭਾਸ਼ਾ ਹੈ। ਜਿਉਂ-ਜਿਉਂ ਆਪ ਬਾਈਬਲ ਪੜ੍ਹਦੇ ਹੋ, ਆਪ ਇਬਰਾਨੀ ਭਾਸ਼ਾ ਪੜ੍ਹਦੇ ਹੋ, ਜਦੋਂ ਤੱਕ ਆਪ 2 ਅਧਿਆਇ 4 ਕੋਲ ਨਹੀਂ ਆ ਜਾਂਦੇ, ਅਤੇ ਫਿਰ ਬੋਲੀ ਬਦਲ ਜਾਂਦੀ ਹੈ, ਅਤੇ ਆਪ 7 ਅਧਿਆਇ ਦੇ ਅੰਤ ਤੱਕ ਅਰਾਮੀ ਬੋਲੀ ਹੀ ਪੜ੍ਹਦੇ ਜਾਂਦੇ ਹੋ। ਇਸ ਦੇ ਕਾਰਨਾਂ ਵਿੱਚੋਂ ਇੱਕ ਇਹ ਹੈ ਕਿ ਇਹ ਇੱਕ ਉਹ ਭਵਿੱਖਬਾਣੀ ਹੈ ਜਿਸ ਦਾ ਸੰਬੰਧ ਗੈਰ ਯਹੂਦੀਆਂ ਨਾਲ ਹੈ। ਇਹ ਬਾਬਲ ਦੇ ਰਾਜਿਆਂ ਦੇ ਦਰਬਾਰ ਦੀ ਬੋਲੀ ਹੈ। ਇਹ ਉਹ ਬੋਲੀ ਹੈ ਜਿਸ ਦਾ ਅਧਿਐਨ 3 ਸਾਲਾਂ ਤੋਂ ਦਾਨੀਏਲ ਕਰਦਾ ਆ ਰਿਹਾ ਹੈ। ਇਸ ਕਰਕੇ ਉਸ ਲਈ ਉਸ ਸੰਦੇਸ਼ ਨੂੰ ਅਰਾਮੀ ਬੋਲੀ ਵਿੱਚ ਲਿਖਣਾ ਕੋਈ ਸਮੱਸਿਆ ਨਹੀਂ ਹੈ, ਜਾਂ ਫਿਰ ਕਸਦਿਆਂ ਦੀ ਭਾਸ਼ਾ ਵਿੱਚ ਲਿਖਣਾ। ਉਸ ਸੰਦੇਸ਼ ਨੂੰ ਫਿਰ ਇਸ ਭਵਿੱਖਬਾਣੀ ਵਾਲੀ ਪੁਸਤਕ ਵਿੱਚ ਭੇਜਿਆ ਗਿਆ ਹੈ। ਇਹ ਉਸ ਰਾਜੇ ਦੀ ਮਨਸ਼ਾ ਹੈ। ਉਹ ਮਨੁੱਖਾਂ ਨੂੰ ਅੰਦਰ ਬੁਲਾ ਕੇ ਆਖਦਾ ਹੈ, ਮੇਰੇ ਸੁਪਨੇ ਨੂੰ ਸਮਝਣ ਲਈ ਤੁਸੀਂ ਮੇਰੀ ਆਸ ਹੋ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਦੱਸੋ ਕਿ ਇਸ ਦਾ ਅਰਥ ਕੀ ਹੈ। ਭਾਗ ਈੜੀ, ਰਾਜੇ ਦੀ ਦੁਬਿਧਾ। ਹੁਣ ਅਸੀਂ 4 ਐਤ ਵਿੱਚ ਰਾਜੇ ਦੀ ਦੁਬਿਧਾ ਦੇ ਕੋਲ ਆਉਂਦੇ ਹਾਂ। ਕਸਦੀ ਲੋਕ ਰਾਜੇ ਨਾਲ ਅਰਾਮੀ ਬੋਲੀ ਵਿੱਚ ਗੱਲਾਂ ਕਰਦੇ ਸਨ, ਅਤੇ ਇਹੋ ਹੀ ਹੈ ਜੋ ਆਪ ਹਮੇਸ਼ਾ ਇੱਕ ਰਾਜੇ ਨੂੰ ਆਖਦੇ ਹੋ, ਹੇ ਮਹਾਰਾਜਾ, ਸਦਾ ਤਾਈਂ ਜਿਉਂਦੇ ਰਹੋ। ਆਪਣੇ ਬੰਦਿਆਂ ਨੂੰ ਸੁਪਨਾ ਸੁਣਾ ਅਤੇ ਅਸੀਂ ਉਹਦਾ ਅਰਥ ਦੱਸਾਂਗੇ। ਦੂਸਰੇ ਸ਼ਬਦਾਂ ਵਿੱਚ ਉਹ ਆਖ ਰਹੇ ਹਨ, ਤੁਸੀਂ ਬਸ ਸਾਨੂੰ ਇਹ ਦੱਸ ਦਿਓ ਕਿ ਤੁਹਾਡੇ ਸੁਪਨਾ ਕੀ ਹੈ, ਅਤੇ ਅਸੀਂ ਤੁਹਾਨੂੰ ਉਹਦਾ ਅਰਥ ਦੱਸਾਂਗੇ। 5 ਐਤ ਵਿੱਚ ਸਾਡੇ ਅੱਗੇ ਇੱਕ ਦੁਬਿਧਾ ਹੈ। ਸਮੱਸਿਆ ਇਹ ਹੈ ਕਿ ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਹੈ, ਕੀ ਗੱਲ ਮੇਰੇ ਚਿੱਤ ਵਿੱਚੋਂ ਜਾਂਦੀ ਰਹੀ ਹੈ। ਦੂਸਰੇ ਸ਼ਬਦਾਂ ਵਿੱਚ, ਮੈਨੂੰ ਮੇਰਾ ਸੁਪਨਾ ਭੁੱਲ ਗਿਆ ਹੈ। ਇਹੋ ਹੀ ਸਮੱਸਿਆ ਹੈ। ਉਹ ਇਹ ਨਹੀਂ ਭੁੱਲਿਆ ਹੈ ਕਿ ਇਹ ਕਿੰਨਾ ਭਿਆਨਕ ਸੀ। ਉਹ ਸੁਪਨੇ ਦਾ ਭੈ ਨੂੰ ਨਹੀਂ ਭੁੱਲਿਆ ਹੈ, ਅਤੇ ਇਹ ਕੀ ਹੈ, ਇਸ ਸੁਪਨੇ ਨੂੰ ਵੇਖਦਿਆਂ ਹੀ ਉਸਨੇ ਕਿਵੇਂ ਮਹਿਸੂਸ ਕੀਤਾ ਸੀ, ਪਰ ਉਹ ਉਸ ਸੁਪਨੇ ਦੀਆਂ ਗੱਲਾਂ ਨੂੰ ਯਾਦ ਨਹੀਂ ਸੀ ਰੱਖ ਸਕਿਆ। ਤੁਹਾਡੇ ਵਿੱਚੋਂ ਕੁਝ ਕੁ ਇਹ ਅਨੁਭਵ ਪਾ ਚੁੱਕੇ ਹੋ ਕਿ ਆਪ ਨੇ ਇਹ ਅਨੁਭਵ ਨਹੀਂ ਪਾਇਆ ਹੈ। ਆਪ ਸਵੇਰੇ ਠੰਡੀ ਤਰੇਲੀ ਨਾਲ ਉੱਠਦੇ ਹੋ। ਆਪ ਪੱਕੇ ਤੌਰ ਤੇ ਨਹੀਂ ਜਾਣਦੇ ਹੁੰਦੇ ਕਿਉਂਕਿ, ਪਰ ਆਪ ਜਾਣਦੇ ਹੁੰਦੇ ਹੋ ਕਿ ਪਿਛਲੀ ਰਾਤ ਜਦੋਂ ਆਪ ਸੁਪਨਾ ਵੇਖ ਰਹੇ ਸੀ, ਤਦ ਕੁਝ ਬੁਰਾ ਵਰਪਿਆ ਸੀ, ਅਤੇ ਇਹੋ ਹੀ ਹੈ ਜੋ ਰਾਜਾ ਨਬੂਕਦਨੇਜ਼ਰ ਨਾਲ ਵਰਪਿਆ ਸੀ। ਉਸ ਨੂੰ ਇਹ ਯਾਦ ਸੀ ਕਿ ਉਹ ਸੁਪਨਾ ਭਿਆਨਕ ਸੀ। ਸਮੱਸਿਆ ਇਹ ਸੀ ਕਿ ਬਸ ਉਹ ਨਹੀਂ ਸੀ ਜਾਣਦਾ ਕਿ ਸੁਪਨਾ ਹੈ ਕੀ ਸੀ। ਸੱਚਮੁੱਚ ਇਹ ਇੱਕ ਪੂਰਬੀ ਸੱਭਿਆਚਾਰ ਵਿੱਚ ਇੱਕ ਭੁੱਲਿਆ ਹੋਇਆ ਸੁਪਨਾ ਇੱਕ ਬਦਸ਼ਗਨ ਹੁੰਦਾ ਸੀ, ਅਤੇ ਨਬੂਕਦਨੇਜ਼ਰ ਨੂੰ ਇਸ ਦੀ ਬਹੁਤ ਚਿੰਤਾ ਸੀ। ਭਾਗ ਸੱਸਾ, ਰਾਜੇ ਦੀ ਮੰਗ। ਇਸ ਤਰ੍ਹਾਂ ਅਸੀਂ 5ਵੀਂ ਐਤ ਵਿੱਚ ਹੁਣ ਰਾਜੇ ਦੀ ਮੰਗ ਕੋਲ ਲਿਆਏ ਜਾਂਦੇ ਹਾਂ। ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ, ਇਹ ਗੱਲ ਮੇਰੇ ਚਿੱਤ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦਾ ਅਰਥ ਨਾ ਸੁਣਾਓ, ਤਾਂ ਤੁਸੀਂ ਟੁਕੜੇ-ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੀਆਂ ਢੇਰੀਆਂ ਬਣ ਜਾਣਗੇ। ਹੁਣ ਰਾਜਾ ਆਪਣਾ ਸੁਪਨਾ ਜਾਣਨਾ ਚਾਹੁੰਦਾ ਹੈ, ਅਤੇ ਉਹ ਇਸ ਦੇ ਅਰਥ ਨੂੰ ਜਾਣਨਾ ਚਾਹੁੰਦਾ ਹੈ, ਅਤੇ ਉਹ ਆਪਣੇ ਭਰੋਸੇਯੋਗ ਬੁੱਧੀਮਾਨਾਂ ਨੂੰ ਆਖ ਰਿਹਾ ਹੈ, ਜੋ ਉਸ ਦਾ ਮੰਤਰੀ ਮੰਡਲ ਭਾਵ ਬਾਬਲ ਦੇ ਲੋਕਾਂ ਵਿੱਚ ਸਭ ਤੋਂ ਵੱਧ ਬੁੱਧੀਮਾਨ ਹਨ, ਅਤੇ ਉਸ ਨੂੰ ਉਹਨਾਂ ਨੂੰ ਇੱਕ ਢੁਕਵੀਂ ਪ੍ਰੀਖਿਆ ਦਿੱਤੀ ਹੈ। ਜੇਕਰ ਇਹ ਮਨੁੱਖ ਅਸਫਲ ਰਹਿੰਦੇ ਹਨ, ਤਦ ਉਹ ਧੋਖੇਬਾਜ਼ ਹਨ। ਜੇਕਰ ਉਸ ਨੂੰ ਸੁਪਨੇ ਦਾ ਅਰਥ ਦੱਸਣ ਦੇ ਯੋਗ ਹੋਣ, ਤਦ ਉਹ ਨਿਸ਼ਚਿੰਤ ਤੌਰ ਤੇ ਉਸ ਨੂੰ ਇਹ ਵੀ ਦੱਸ ਸਕਦੇ ਹਨ ਕਿ ਸੁਪਨਾ ਕੀ ਸੀ। ਇਹ ਚੀਜ਼ ਜੋ 5 ਐਤ ਵਿੱਚ ਹੈ, ਇਸ ਦੇ ਬਾਹਰੀ ਵਿਖਾਵੇ ਨਾਲੋਂ ਇਸ ਦਾ ਅਰਥ ਬਹੁਤ ਜ਼ਿਆਦਾ ਗਹਿਰਾ ਹੈ। ਇਹ ਤਾਂ ਸਹਿਜ ਮਨੁੱਖੀ ਸਰੋਤਾਂ, ਸਿੱਖਿਆ ਅਤੇ ਸ਼ਕਤੀ ਦੀ ਅਯੋਗਤਾ ਦਾ ਪ੍ਰਦਰਸ਼ਨ ਨੂੰ
ਜ਼ਾਹਿਰ ਕਰਦਾ ਹੈ, ਜੋ ਕਿ ਪਰਮੇਸ਼ਰ ਦੇ ਦੁਆਰਾ ਖੁਦ ਦਿੱਤੇ ਪ੍ਰਕਾਸ਼ ਤੋਂ ਬਗੈਰ ਪਰਮੇਸ਼ਰ ਦੇ ਮਨ ਅਤੇ ਇੱਛਾ ਨੂੰ ਨਹੀਂ ਜਾਣ ਸਕਦਾ। ਇਹ ਗੈਰ ਯਹੂਦੀ ਮਨੁੱਖ ਹਨ। ਇਹ ਪਰਮੇਸ਼ਰ ਦਾ ਪ੍ਰਕਾਸ਼ ਹੈ। ਉਹ ਅੰਦਰ ਆਉਂਦੇ ਹਨ ਅਤੇ ਨਹੀਂ ਜਾਣਦੇ ਕਿ ਕੀ ਕਰਨਾ ਹੈ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਦੂਜੇ ਅਧਿਆਇ ਦੇ ਉੱਤੇ ਚਰਚਾ ਕਰ ਰਹੇ ਸੀ। ਅੱਜ ਅਸੀਂ ਨਬੂਕਦਨੇਸਰ ਦੇ ਸੁਪਨੇ ਬਾਰੇ ਗੱਲਬਾਤ ਕਰ ਰਹੇ ਸੀ। ਇਸ ਦੇ ਲਈ ਅਸੀਂ ਜਾਣਿਆ ਕਿ ਰਾਜਾ ਨਬੂਕਦਨੇਸਰ ਸਮੁੱਚੀ ਬਾਈਬਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਪਰਾਈਆਂ ਕੌਮਾਂ ਦਾ ਰਾਜਾ ਹੋਇਆ, ਜਿਸ ਦੀ ਸਭ ਤੋਂ ਜ਼ਿਆਦਾ ਚਰਚਾ ਕੀਤੀ ਗਈ। ਅਸੀਂ ਜਾਣਿਆ ਕਿ ਰਾਜਾ ਨਬੂਕਦਨੇਸਰ ਇੱਕ ਸੁਪਨਾ ਵੇਖਦਾ ਅਤੇ ਪਰੇਸ਼ਾਨ ਹੋ ਜਾਂਦਾ ਅਤੇ ਉਹਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਉਹ ਸੁਪਨਾ ਬਹੁਤ ਡਰਾਵਨਾ ਸੀ। ਅਸੀਂ ਵੇਖਿਆ ਕਿ ਕਿਵੇਂ ਦਾਨੀਏਲ ਨੇ ਰਾਜੇ ਦੇ ਸੁਪਨੇ ਦਾ ਅਰਥ ਦੱਸਿਆ ਸੀ। ਅਸੀਂ ਨਬੂਕਦਨੇਸਰ ਦੇ ਸੁਪਨੇ ਨੂੰ ਇੱਕ ਨਾਟਕ ਦੇ ਰੂਪ ਵਿੱਚ ਦੇਖਿਆ। ਅਸੀਂ ਇਸ ਨੂੰ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਪਹਿਲੇ ਭਾਗ ਦੇ ਵਿੱਚ ਨਬੂਕਦਨੇਸਰ ਆਪ ਮੰਚ ਦੇ ਉੱਪਰ ਦਿਖਾਈ ਦਿੰਦਾ ਹੈ। ਦੂਜੇ ਭਾਗ ਦੇ ਵਿੱਚ ਦਾਨੀਏਲ ਨਬੀ ਦਿਖਾਈ ਦਿੰਦਾ ਹੈ ਅਤੇ ਤੀਜੇ ਭਾਗ ਦੇ ਵਿੱਚ ਦਾਨੀਏਲ ਅਤੇ ਨਬੂਕਦਨੇਸਰ ਦੋਨੋਂ ਇਕੱਠੇ ਮੰਚ ਦੇ ਉੱਤੇ ਦਿਖਾਈ ਦਿੰਦੇ ਹਨ। ਅਸੀਂ ਰਾਜੇ ਦੇ ਸੁਪਨੇ ਦੇ ਉੱਤੇ ਗੌਰ ਕੀਤਾ। ਅਸੀਂ ਜਾਣਿਆ ਕਿ ਨਬੂਕਦਨੇਸਰ ਨੇ ਆਪਣੇ ਰਾਜ ਵਿੱਚ ਅਜਿਹੇ ਸੁਪਨੇ ਦੇਖੇ ਜਿਨ੍ਹਾਂ ਕਰਕੇ ਉਹ ਘਬਰਾ ਗਿਆ ਤੇ ਉਹਦੀ ਨੀਂਦ ਜਾਂਦੀ ਰਹੀ। ਅਸੀਂ ਰਾਜੇ ਦੀ ਪੱਕੀ ਮਨਸ਼ਾ ਬਾਰੇ ਜਾਣਿਆ। ਉਹਨੇ ਜਾਦੂਗਰਾਂ, ਜੋਤਸ਼ੀਆਂ ਅਤੇ ਸੁਪਨੇ ਦੇ ਅਰਥ ਜਾਣਨ ਵਾਲਿਆਂ ਅਤੇ ਕਸਦੀਆਂ ਨੂੰ ਆਪਣੇ ਸੁਪਨੇ ਦਾ ਅਰਥ ਦੱਸਣ ਲਈ ਬੁਲਾਇਆ। ਦੋਸਤੋ, ਸਾਨੂੰ ਉਮੀਦ ਹੈ ਕਿ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਨੰਦ ਆਇਆ ਹੋਵੇਗਾ, ਤੁਹਾਨੂੰ ਸਾਡਾ ਪ੍ਰੋਗਰਾਮ ਦਿਲਚਸਪ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਇੱਕ ਵਾਰ ਫੇਰ ਤੋਂ ਪ੍ਰਭੂ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਤੁਸੀਂ ਪ੍ਰਭੂ ਜੀ ਨਬੂਕਦਨੇਸਰ ਦੇ ਸੁਪਨਿਆਂ ਤੋਂ ਸਾਨੂੰ ਬਹੁਤ ਕੁਝ ਸਿਖਾਇਆ। ਪਿਤਾ ਪਰਮੇਸ਼ਰ, ਅਸੀਂ ਇਸ ਤੋਂ ਰਾਜੇ ਦੀ ਮਨਸ਼ਾ ਨੂੰ ਜਾਣ ਸਕੇ, ਅਸੀਂ ਉਹਦੇ ਦੇਖ ਸਕੇ ਕਿ ਉਹ ਕਿੰਨਾ ਘਬਰਾਇਆ ਹੋਇਆ ਸੀ। ਅਸੀਂ ਉਹ ਸਾਰੀ ਚੀਜ਼ਾਂ ਦੇਖੀਆਂ ਪ੍ਰਭੂ ਜੀ, ਜਿਸ ਦੇ ਜ਼ਰੀਏ ਅਸੀਂ ਜਾਣ ਸਕਦੇ ਸੀ ਕਿ ਰਾਜਾ ਨਬੂਕਦਨੇਸਰ ਆਪਣੇ ਸੁਪਨੇ ਨੂੰ ਲੈ ਕੇ ਕਿੰਨਾ ਜ਼ਿਆਦਾ ਗੰਭੀਰ ਸੀ ਔਰ ਡਰਿਆ ਹੋਇਆ ਸੀ ਔਰ ਚਾਹ ਰਿਹਾ ਸੀ ਕੋਈ ਇਸ ਦਾ ਅਰਥ ਦੱਸੇ। ਪਿਤਾ, ਤੁਸੀਂ ਜੋ ਕਿ ਇਸ ਆਕਾਸ਼ ਨੂੰ ਬਣਾਉਣ ਵਾਲੇ ਹੋ, ਸਾਰੇ ਲੋਕ ਪ੍ਰਭੂ ਜੀ ਫੇਲ ਹੋ ਗਏ, ਲੇਕਿਨ ਤੁਸੀਂ ਪਿਤਾ ਪਰਮੇਸ਼ਰ ਆਪਣੇ ਦਾਸ ਦਾਨੀਏਲ ਨੂੰ ਆਪਣਾ ਆਤਮਾ ਬਖਸ਼ਿਆ, ਪ੍ਰਕਾਸ਼ਨ ਦਾ ਆਤਮਾ ਬਖਸ਼ਿਆ, ਜਿਹਦੇ ਕਰਕੇ ਪਿਤਾ ਪਰਮੇਸ਼ਰ ਉਹ ਰਾਜਾ ਨਬੂਕਦਨੇਸਰ ਦੇ ਸੁਪਨੇ ਦਾ ਹੱਲ ਉਹਨੂੰ ਉਸ ਦਾ ਉੱਤਰ ਦੇ ਸਕਿਆ। ਧੰਨਵਾਦ ਕਰਦੇ ਹਾਂ ਸਾਰੀ ਚੀਜ਼ਾਂ ਵਾਸਤੇ। ਪ੍ਰਾਰਥਨਾ ਕਰਦੇ ਹਾਂ ਸਾਡੀ ਕਿਰਪਾ ਇਸੇ ਤਰ੍ਹਾਂ ਬਣੇ ਰਹੇ ਔਰ ਜਿਸ ਤਰ੍ਹਾਂ ਤੁਹਾਡਾ ਵਚਨ ਬੋਲਦਾ ਹੈ ਕਿ ਮੇਰੇ ਤੋਂ ਮੰਗ ਤਾਂ ਮੈਂ ਤੈਨੂੰ ਵੱਡੀ ਵੱਡੀ ਔਰ ਲੁਕੀਆਂ ਹੋਈਆਂ ਗੱਲਾਂ ਦੇ ਬਾਰੇ ਦੱਸਾਂਗਾ। ਪਿਤਾ, ਇਹ ਜਾਣਕਾਰੀਆਂ, ਇਹ ਭਵਿੱਖਬਾਣੀਆਂ ਦੇ ਵਚਨ ਸਾਡੇ ਲਈ ਬਹੁਤ ਉਪਯੋਗੀ ਹਨ, ਕਿਉਂਕਿ ਇਸ ਦੇ ਦੁਆਰਾ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਸੁਧਾਰ ਕਰ ਸਕਦੇ ਹਾਂ। ਪਿਤਾ ਪਰਮੇਸ਼ਰ, ਇਹਨਾਂ ਬਾਰੇ ਪ੍ਰਭੂ ਜੀ ਸਾਨੂੰ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ। ਯਿਸੂ ਮਸੀਹ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗ ਲੈਂਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।